ਗੁੱਡ ਮਾਰਨਿੰਗ ਵਿਊਅਰਸ। ਬੁੱਕ ਕੀਪਿੰਗ ਦੇ ਸੈਕੰਡ ਲੈਸਨ ਅਕਾਊਂਟਿੰਗ ਪ੍ਰਿੰਸੀਪਲਸ ਦੇ ਵਿੱਚ ਆਪਾਂ ਕੀਤਾ ਸੀਗਾ ਕਿ ਅਕਾਊਂਟਿੰਗ ਪ੍ਰਿੰਸੀਪਲਸ ਕਿਹੜੇ ਹੈ। ਉਹਦੇ ਅੰਡਰ ਆਪਾਂ ਦੇਖਿਆ ਸੀ ਕਿ ਅਕਾਊਂਟਿੰਗ ਪ੍ਰਿੰਸੀਪਲਸ ਇਨਕਲੂਡ ਅਕਾਊਂਟਿੰਗ ਅਸੰਪਸ਼ਨਸ, ਅਕਾਊਂਟਿੰਗ ਕਨਸੈਪਟਸ, ਅਕਾਊਂਟਿੰਗ ਕਨਵੈਨਸ਼ਨਸ ਐਂਡ ਅਕਾਊਂਟਿੰਗ ਸਟੈਂਡਰਡਸ, ਜਿਨ੍ਹਾਂ 'ਚੋਂ ਅਕਾਊਂਟਿੰਗ ਅਜ਼ੰਪਸ਼ਨਸ ਨੂੰ ਆਪਾਂ ਡਿਟੇਲ 'ਚ ਡਿਸਕਸ ਕਰ ਚੁੱਕੇ ਹਾਂ। ਅਕਾਊਂਟਿੰਗ ਕਨਸੈਪਟਸ ਆਪਾਂ 2 ਕਰ ਲਏ ਸੀ, ਬਿਜ਼ਨਸ ਐਂਟੀਟੀ ਕਨਸੈਪਟ ਵੀ ਕਰ ਲਿਆ ਹੋਇਆ, ਮਨੀ ਮੈਜ਼ਰਮੈਂਟ ਕਨਸੈਪਟ ਕਰ ਲਿਆ। ਅੱਜ ਆਪਾਂ 3rd ਔਨਵਰਡ ਅਗਲੇ ਅਕਾਊਂਟਿੰਗ ਕਨਸੈਪਟਸ ਸਟੱਡੀ ਕਰਾਂਗੇ। 3rd ਅਕਾਊਂਟਿੰਗ ਕਨਸੈਪਟ ਕਿਹੜਾ ਹੈ? ਅਕਾਊਂਟਿੰਗ ਪੀਰੀਅਡ ਕਨਸੈਪਟ। ਅਕਾਊਂਟਿੰਗ ਪੀਰੀਅਡ ਤਾਂ ਇਸ ਤੋਂ ਭਾਵ ਕੀ ਹੈ ਕਿ ਕੋਈ ਵੀ ਜਿਹੜਾ ਬਿਜ਼ਨਸ ਹੈ ਉਹ ਆਪਣੀ ਪਰਫਾਰਮੈਂਸ ਜਿਹੜੀ ਹੈ ਇੱਕ ਨਿਸ਼ਚਿਤ ਅਵਧੀ ਵਾਸਤੇ 1 ਸਾਲ ਵਾਸਤੇ ਉਹ ਕੈਲਕੂਲੇਟ ਕਰਦਾ ਹੈ, ਔਰ ਉਹ 1 ਸਾਲ ਕਿੱਥੋਂ ਉਹ ਲੈਂਦਾ ਹੈ? 1 ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੀ 31 ਮਾਰਚ ਤੱਕ। ਤਾਂ ਉਸੇ ਪੀਰੀਅਡ ਦੇ ਹੀ ਜਿਹੜੇ ਸਾਰੇ ਰੈਵਨਿਊ ਹੈ, ਜਿਹੜੀ ਵੀ ਸਾਰੀ ਇਨਕਮ ਹੈ ਉਹ ਕੈਲਕੂਲੇਟ ਕਰਦਾ ਹੈ। ਉਸੇ ਸਾਲ ਦੀ ਜਿਹੜੀ ਕੋਈ ਉਹਦੇ ਲਾਸ ਹੈ, ਕੋਈ ਕੋਸਟ ਜਿਹੜੀ ਇਨਕਰ ਕੀਤੀ ਹੈ ਉਹਨੇ, ਉਹ ਸਾਰੇ ਉਹ ਕੈਲਕੂਲੇਟ ਕਰਦਾ ਹੈ। ਹੁਣ ਜਦੋਂ ਇਹ ਟੋਟਲ ਰੈਵਨਿਊ 'ਚ ਟੋਟਲ ਕੋਸਟ ਕਟਾਈ ਜਾਂਦੀ ਹੈ ਤਾਂ ਸਾਡੇ ਕੋਲ ਉਹਦੀ ਪ੍ਰੋਫਿਟ ਦੀ ਪਿਕਚਰ ਆ ਜਾਂਦੀ ਹੈ, ਉਹ ਘੱਟ ਹੈ, ਵੱਧ ਹੈ ਜਾਂ ਲਾਸ ਹੈ। ਤਾਂ ਉਸੇ ਬੇਸ 'ਤੇ ਉਸ ਬਿਜ਼ਨਸ ਦੀ ਪਰਫਾਰਮੈਂਸ ਜਿਹੜੀ ਹੈ ਕੈਲਕੂਲੇਟ ਕੀਤੀ ਜਾਂਦੀ ਹੈ। ਉਸੇ ਬੇਸ 'ਤੇ ਹੀ ਸਰਕਾਰ ਉਹਦੇ ਕੋਲ ਟੈਕਸ ਲੈਂਦੀ ਹੈ। ਉਸੇ ਬੇਸ 'ਤੇ ਹੀ ਉਹ ਅਗਲੇ ਸਾਲ ਦੀ ਜਿਹੜੀ ਹੈ ਬਜਟ ਤਿਆਰ ਕਰਦਾ ਹੈ, ਚੈੱਕ ਕਰਦਾ ਹੈ ਕਿ ਜੇ ਉਹਦੀ ਪਰਫਾਰਮੈਂਸ ਘੱਟ ਰਹੀ ਹੈ ਤਾਂ ਅਗਲੇ ਸਾਲ ਪਰਫਾਰਮੈਂਸ ਨੂੰ ਕਿਵੇਂ ਇੰਪਰੂਵ ਕਰਨਾ ਹੈ। ਤਾਂ ਆਪਾਂ ਇਹਨੂੰ ਪੜ੍ਹਾਂਗੇ। ਹੁਣ ਆਪਾਂ ਕੀ ਲਿਖਿਆ ਹੈ? ਅਕੋਰਡਿੰਗ ਟੂ ਦਿਸ ਕੰਸੈਪਟ ਐਵਰੀ ਐਂਟਿਟੀ ਹੈਜ਼ ਟੂ ਡਿਸਕਲੋਜ਼ ਰਿਜ਼ਲਟਸ ਆਫ ਆਪਰੇਸ਼ਨਸ ਫੋਰ ਏ ਸਪੈਸੀਫਿਕ ਅਕਾਊਂਟਿੰਗ ਪੀਰੀਅਡ। ਉਹ ਸਪੈਸੀਫਿਕ ਅਕਾਊਂਟਿੰਗ ਪੀਰੀਅਡ ਕਿਹੜਾ ਹੈ? ਯੂਜ਼ਲੀ 1 year ਫਰੋਮ 1 April to 31 March of next year. Also revenue and costs related to only that specific period they are considered। ਕਿ ਅਸੀਂ ਉਸੇ ਪੀਰੀਅਡ ਦੇ ਹੀ ਰੈਵਨਿਊ ਔਰ ਕੋਸਟ ਲੈਣੇ ਹੈ। ਜਦੋਂ ਉਹਨਾਂ ਦੀ ਮੈਚਿੰਗ ਕਰਦੇ ਹਾਂ ਆਪਸ ਵਿੱਚ ਤਾਂ ਉਹਦੇ 'ਚ ਸਾਡੀ ਪਰਫਾਰਮੈਂਸ ਪਤਾ ਲੱਗ ਜਾਂਦੀ ਹੈ। ਇਹਦੀ ਐਡਵਾਂਟੇਜ ਸਾਨੂੰ ਕੀ ਹੈ? ਟੂ ਮੈਜ਼ਰ ਦਾ ਪਰਫਾਰਮੈਂਸ, ਟੈਕਸ ਕੈਲਕੂਲੇਸ਼ਨ ਐਂਡ ਬਜਟਰੀ ਕੰਟਰੋਲ। ਨੈਕਸਟ ਅਕਾਊਂਟਿੰਗ ਕੰਸੈਪਟ ਆ ਗਿਆ ਆਪਣੇ ਕੋਲ ਕੋਸਟ ਕੰਸੈਪਟ। ਤਾਂ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕੋਸਟ, ਕਿ ਅਸੀਂ ਆਪਣੇ ਬਿਜ਼ਨਸ ਵਿੱਚ ਜਿਹੜੀ ਵੀ ਕੋਈ ਫਿਕਸਡ ਐਸੈਟਸ ਵਗੈਰਾ ਖਰੀਦਦੇ ਹਾਂ ਉਹਨੂੰ ਅਸੀਂ ਉਹਦੀ ਕੋਸਟ 'ਤੇ ਸ਼ੋਅ ਕਰਨਾ ਹੈ। ਅਸੀਂ ਉਹਨੂੰ ਉਹਦੀ ਮਾਰਕੀਟ ਵੈਲਿਊ 'ਤੇ ਆਪਾਂ ਸ਼ੋਅ ਨਹੀਂ ਕਰਨਾ। ਚਾਹੇ ਮਤਲਬ ਆਪਾਂ ਨੂੰ ਪਤਾ ਹੈ ਕਿ ਕੁਛ ਐਸੈਟਸ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਜੋ ਵੈਲਿਊ ਹੈ ਲਗਾਤਾਰ ਵੱਧਦੀ ਹੈ। ਫੋਰ ਐਗਜ਼ਾਮਪਲ ਲੈਂਡ, ਜਿਹੜੀ ਉਹਦੀ ਬਿਲਡਿੰਗ ਹੈ, ਜਿਹੜੀ ਲੈਂਡ 'ਤੇ ਉਹ ਬਿਲਡਿੰਗ ਖੜੀ ਹੈ, ਉਸ ਲੈਂਡ ਦੀ ਵੈਲਿਊ ਮੰਨ ਲਓ ਉਹਨਾਂ ਨੇ ਜੇ ਕਿਸੇ ਵੇਲੇ 10,000 ਦੀ ਖਰੀਦੀ ਸੀ ਤਾਂ ਅੱਜ ਦੀ ਡੇਟ 'ਚ ਉਸ ਦਾ 10 ਲੱਖ ਰੁਪਏ ਦੀ ਹੋਵੇ ਤਾਂ ਆਪਾਂ ਉਹਨੂੰ ਸ਼ੋਅ ਨਹੀਂ ਕਰਾਂਗੇ ਕਿ ਉਹ 10 ਲੱਖ ਦੀ ਹੋ ਗਈ ਹੈ। ਅਸੀਂ ਉਹਨੂੰ ਆਪਦੇ ਕੋਸਟ 'ਤੇ ਹੀ ਉਹਨੂੰ ਸ਼ੋਅ ਕਰਾਂਗੇ। ਤਾਂ ਕਿਉਂਕਿ ਸਾਡੇ ਜਿਹੜੇ ਬਿਜ਼ਨਸ ਦੀ ਇੰਟੈਂਸ਼ਨ ਜਿਹੜੀ ਹੈ ਉਹਨੂੰ ਵੇਚਣ ਵਾਲੀ ਨਹੀਂ ਹੈ। ਜੇ ਅਸੀਂ ਉਹਨੂੰ ਕਿਤੇ ਵੇਚਣਾ ਹੁੰਦਾ ਬਿਜ਼ਨਸ ਨੂੰ ਉਸ ਸਾਲ, ਫਿਰ ਅਸੀਂ ਉਹਦੀ ਕੋਈ ਵੈਲਿਊਏਸ਼ਨ ਮਾਰਕੀਟ ਦੀ ਵੈਲਿਊ 'ਤੇ ਲੈ ਸਕਦੇ ਸੀ। ਅਦਰਵਾਈਜ਼ ਅਸੀਂ ਸਾਰੀਆਂ ਐਸੈਟਸ ਨੂੰ ਕੋਸਟ 'ਤੇ ਲੈਣਾ ਹੈ। ਤਾਂ ਇਹਨੂੰ ਆਪਾਂ ਹੁਣ ਪੜ੍ਹਦੇ ਹਾਂ। ਅਕੋਰਡਿੰਗ ਟੂ ਦਿਸ ਕੰਸੈਪਟ ਐਸੈਟਸ ਸ਼ੁੱਡ ਬੀ ਸ਼ੋਨ ਐਟ ਦੇਅਰ ਹਿਸਟੋਰੀਕਲ ਕੋਸਟ। ਹਿਸਟੋਰੀਕਲ ਕੋਸਟ ਦਾ ਮਤਲਬ ਹੈ ਜਿਸ ਕੋਸਟ 'ਤੇ ਆਪਾਂ ਖਰੀਦੀਆਂ ਸੀ, ਲੈਸ ਡੈਪਰੀਸੀਏਸ਼ਨ, ਕਿ ਇੱਕ ਉਹਦੇ 'ਚ ਜਿਹੜੀ ਕਸਾਵਟ ਘਟਾਤੀ ਜਾਵੇ। ਮੰਨ ਲਓ ਕਿ ਮੇਰੇ ਕੋਲ ਮੈਂ ਮਸ਼ੀਨ ਖਰੀਦੀ ਸੀ 1 ਲੱਖ ਰੁਪਏ ਦੀ, ਸਾਲ ਬਾਅਦ ਉਹਦੇ ਵਿੱਚ ਮੈਂ 10,000 ਰੁਪਏ ਉਹਦੀ ਕਿਸਾਵਟ ਲਗਾਤੀ ਕਿ ਉਹਦੀ ਹੁਣ ਵੈਲਿਊ ਡਾਊਨ ਆ ਗਈ ਫੈਕਟਰੀ ਦੇ ਕੰਮਾਂ ਵਿੱਚ ਯੂਜ਼ ਕਰਨ ਦੇ ਕਰਕੇ। ਤਾਂ ਅਸੀਂ 1 ਲੱਖ ਮਾਈਨਸ 10,000 ਕਰਕੇ ਲਿਖ ਦਿਆਂਗੇ ਕਿ ਉਹ ਅਗਲੇ ਸਾਲ 90,000 ਦੀ ਰਹਿ ਗਈ। ਪਰ ਜ਼ਮੀਨ ਦੇ ਮਾਮਲੇ ਦੇ ਵਿੱਚ ਜ਼ਮੀਨ ਦੇ ਉੱਤੇ ਕੋਈ ਅਸੀਂ ਡੈਪਰੀਸੀਏਸ਼ਨ ਨਹੀਂ ਲਗਾਉਂਦੇ। ਜ਼ਮੀਨ ਦੀ ਵੈਲਿਊ ਆਮ ਤੌਰ 'ਤੇ ਸਾਲ ਦਰ ਸਾਲ ਵੱਧਦੀ ਹੈ, ਤਾਂ ਅਸੀਂ ਉਹਦੇ 'ਤੇ ਡੈਪਰੀਸੀਏਸ਼ਨ ਨਹੀਂ ਲਗਾਉਂਦੇ। ਇਟ ਡਜ਼ ਨੋਟ ਸ਼ੋਅ ਰੀਅਲਾਈਜ਼ੇਬਲ ਵੈਲਿਊ। ਤਾਂ ਇਹ ਜਿਹੜੀ ਵੈਲਿਊ ਅਸੀਂ ਉਹਨੂੰ ਕੱਢੀ ਹੈ 1 ਲੱਖ 'ਚੋਂ 10,000 ਘਟਾ ਕੇ ਬਰਾਬਰ 90,000, ਤਾਂ ਜ਼ਰੂਰੀ ਨਹੀਂ ਹੈ ਕਿ ਮਾਰਕੀਟ ਦੇ ਵਿੱਚ ਵੈਲਿਊ ਉਹਦੀ 90,000 ਹੋਵੇ। ਹੋ ਸਕਦਾ ਮਾਰਕੀਟ ਦੇ ਵਿੱਚ ਵੈਲਿਊ ਉਹਦੀ ਸਿਰਫ 70,000 ਹੋਵੇ, ਜਾਂ ਹੋ ਸਕਦਾ ਮਾਰਕੀਟ ਵਿੱਚ ਵੈਲਿਊ ਉਹਦੀ 1,25,000 ਹੋ ਗਈ ਹੋਵੇ। ਤਾਂ ਅਸੀਂ ਨਾ 70,000 ਲੈਣੀ, ਨਾ 1,25,000 ਲੈਣੀ, ਅਸੀਂ ਸਿਰਫ ਉਹੀ 1 ਲੱਖ ਦੇ ਵਿੱਚੋਂ 10,000 ਘਟਾ ਕੇ 90,000 ਉਹਦੀ ਵੈਲਿਊ ਸ਼ੋਅ ਕਰਾਂਗੇ। Even though the value of land and building may increase drastically but we ignore it। ਕਿ ਲੈਂਡ ਅਤੇ ਬਿਲਡਿੰਗ ਦੀ ਜਿਹੜੀ ਵੈਲਿਊ ਹੈ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਪਰ ਫਿਰ ਵੀ ਅਸੀਂ ਉਸ ਵਾਧੇ ਨੂੰ ਕੰਸੀਡਰ ਨਹੀਂ ਕਰਾਂਗੇ। ਸੇਮ ਇਜ਼ ਦਾ ਰੀਜ਼ਨ ਵੀ ਡੋਂਟ ਸ਼ੋ ਗੁੱਡਵਿਲ ਇਨ ਦਾ ਬੈਲੈਂਸ ਸ਼ੀਟ। ਕਿ ਇਹੀ ਕਾਰਨ ਹੈ ਕਿ ਅਸੀਂ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਸੈਲਫ ਕ੍ਰੀਏਟਿਡ ਗੁੱਡਵਿਲ ਜਿਹੜੀ ਹੈ ਸ਼ੋਅ ਨਹੀਂ ਕਰਦੇ, ਕਿਉਂਕਿ ਅਸੀਂ ਉਹਦੇ ਵਾਸਤੇ ਕੋਈ ਕੋਸਟ ਦਿੱਤੀ ਨਹੀਂ ਹੈ। ਜੇ ਕੋਈ ਕੋਸਟ ਅਸੀਂ ਦਿੱਤੀ ਨਹੀਂ ਹੈ ਤਾਂ ਅਸੀਂ ਫਿਰ ਉਹਦੀ ਵੈਲਿਊ ਵੀ ਸ਼ੋਅ ਨਹੀਂ ਕਰਨੀ। ਉਸ ਤੋਂ ਬਾਅਦ ਅਗਲਾ ਕੰਸੈਪਟ ਆ ਜਾਂਦਾ ਡੂਅਲ ਆਸਪੈਕਟ ਕੰਸੈਪਟ।
ਡੂਅਲ ਆਸਪੈਕਟ ਕਨਸੈਪਟ ਕੀ ਕਹਿੰਦਾ ਹੈ ਕਿ ਕੋਈ ਵੀ ਜਿਹੜੀ ਟ੍ਰਾਂਜੈਕਸ਼ਨ ਅਸੀਂ ਕਰਨੀ ਹੈ ਉਹਦੇ ਹਮੇਸ਼ਾ ਦੋ ਪਕਸ਼ ਹੋਣਗੇ, ਇੱਕ ਡੈਬਿਟ ਦਾ ਔਰ ਇੱਕ ਕ੍ਰੈਡਿਟ ਦਾ। ਜਿੰਨਾ ਡੈਬਿਟ ਕਰਾਂਗੇ ਉਨਾ ਹੀ ਕੀ ਹੋਏਗਾ, ਕ੍ਰੈਡਿਟ ਹੋਏਗਾ। ਇਸ ਦਾ ਮਤਲਬ ਕੀ ਹੈ, ਇਸ ਬੇਸਿਸ ਦੇ ਉੱਤੇ ਅੱਗੇ ਜਾ ਕੇ ਸਾਡੇ ਕੋਲ ਇੱਕ ਫਾਰਮੂਲਾ ਤਿਆਰ ਹੋ ਜਾਂਦਾ ਹੈ, ਐਜ਼ਟਸ ਮਾਈਨਸ ਲਾਇਬਿਲਿਟੀ ਬਰਾਬਰ ਹੈ ਪ੍ਰੋਪਰਾਈਟਰ ਦੀ ਕਲੇਮ, ਜਾਂ ਅਸੀਂ ਜਿਹਨੂੰ ਕਹਿੰਦੇ ਕੈਪੀਟਲ। ਇਸ ਦਾ ਮਤਲਬ ਸਮਝਣ ਵਾਸਤੇ ਸਭ ਤੋਂ ਪਹਿਲੇ ਆਪਾਂ ਇੱਕ ਬੈਲੈਂਸ ਸ਼ੀਟ ਦਾ ਸਿੰਪਲ ਜਿਹਾ ਪਰਫਾਰਮਾ ਚੈੱਕ ਕਰਾਂਗੇ, ਜਿਹਦੇ ਵਿੱਚ ਇੱਕ ਸਾਈਡ 'ਤੇ ਅਸੀਂ ਲਿਖਦੇ ਹੁੰਦੇ ਹਾਂ ਸਾਰੀਆਂ ਐਜ਼ਟਸ, ਅਤੇ ਦੂਸਰੇ ਸਾਈਡ 'ਤੇ ਅਸੀਂ ਕੀ ਲਿਖਦੇ ਹੁੰਦੇ ਹਾਂ, ਓਨਰ ਦਾ ਕੈਪੀਟਲ ਕਿ ਮਤਲਬ ਮਾਲਿਕ ਨੇ ਕਿੰਨੇ ਪੈਸੇ ਲਗਾਏ ਹੈ, ਔਰ ਅਦਰ ਲਾਇਬਿਲਿਟੀਜ਼ ਕਿ ਬਾਕੀ ਜਿਹੜੇ ਹੋਰ ਪਾਸਿਓਂ ਅਸੀਂ ਪੈਸਾ ਕਿੰਨਾ ਅਰੇਂਜ ਕੀਤਾ ਹੈ, ਚਾਹੇ ਅਸੀਂ ਬੈਂਕ ਤੋਂ ਲੋਨ ਲਿਆ, ਚਾਹੇ ਅਸੀਂ ਉਧਾਰ ਮਾਲ ਵਗੈਰਾ ਖਰੀਦਿਆ ਹੈ, ਜਾਂ ਜਿਹੜੇ ਕਿਸੇ ਹੋਰ ਦੇ ਅਸੀਂ ਪੈਸੇ ਦੇਣੇ ਹੈ। ਜਦੋਂ ਅਸੀਂ ਇਹਨਾਂ ਐਜ਼ਟਸ ਦੇ ਵਿੱਚੋਂ ਇਹ ਬਾਹਰ ਦੀਆਂ ਪਾਰਟੀਜ਼ ਦੇ ਕਲੇਮ ਸਾਰੇ ਕਟਾ ਦਿੰਦੇ ਹਾਂ ਤਾਂ ਬਾਕੀ ਸਾਰਾ ਪੈਸਾ ਕਿਹਦਾ ਰਹਿ ਜਾਂਦਾ ਹੈ, ਮਾਲਿਕ ਦਾ। ਤਾਂ ਇਹੀ ਫਾਰਮੂਲਾ ਇੱਥੇ ਆ ਗਿਆ ਕਿ ਇਸ ਐਜ਼ਟਸ ਦੇ ਵਿੱਚੋਂ ਜਦੋਂ ਅਸੀਂ ਬਾਹਰ ਦੀਆਂ ਲਾਇਬਿਲਿਟੀਜ਼ ਨੂੰ ਕਟਾ ਦਿੰਦੇ ਹਾਂ ਤਾਂ ਬਾਕੀ ਪੈਸਾ ਕਿਹਦਾ ਰਹਿ ਜਾਂਦਾ ਹੈ, ਓਨਰ ਦਾ। ਤਾਂ ਅੱਗੇ ਜਾ ਕੇ ਇਹਨੂੰ ਅਸੀਂ ਡਿਟੇਲ 'ਚ ਫਿਰ ਦੇਖਾਂਗੇ। ਹੁਣ ਅਸੀਂ ਦੇਖਦੇ ਹਾਂ ਨੈਕਸਟ ਅਕਾਊਂਟਿੰਗ ਕੰਸੈਪਟ, ਜਿਹੜਾ ਸਾਡੇ ਕੋਲ ਕਿਹੜਾ ਹੈ, ਰੈਵਨਿਊ ਰੈਕੋਗਨੀਸ਼ਨ ਕੰਸੈਪਟ, ਜਾਂ ਜਿਹਨੂੰ ਅਸੀਂ ਕਹਿੰਦੇ ਰੀਅਲਾਈਜੇਸ਼ਨ ਕੰਸੈਪਟ। According to this concept, revenue should be recognized only when it is realized। ਤਾਂ ਇੱਕ ਬੜੇ ਸਿੰਪਲ ਜੀ ਇੱਕ ਲਾਈਨ ਦੇ ਵਿੱਚ ਮੈਨੂੰ ਲਿਖਿਆ ਹੈ ਕਿ ਰੈਵਨਿਊ ਨੂੰ ਉਦੋਂ ਹੀ ਰੈਕੋਗਨਾਈਜ਼ ਕਰਨਾ ਹੈ ਜਦੋਂ ਇਹ ਰਿਅਲਾਈਜ਼ ਹੋ ਜੇ। ਇਹਦਾ ਮਤਲਬ ਨੂੰ ਸਮਝਣ ਵਾਸਤੇ ਪਹਿਲਾਂ ਆਪਾਂ ਨੀਚੇ ਐਗਜ਼ਾਮਪਲ ਦੇਖਦੇ ਹਾਂ ਕਿ ਮੰਨ ਲਓ ਐਕਸ ਨੂੰ ਇੱਕ ਆਰਡਰ ਮਿਲਿਆ ਹੈ ਕਿ 20 ਲੱਖ ਰੁਪਏ ਦੀਆਂ ਵਸਤੂਆਂ ਸਪਲਾਈ ਕਰਨ ਦਾ। ਤਾਂ ਕੀ ਅਸੀਂ ਉਸੇ ਵੇਲੇ ਰੈਵਨਿਊ ਨੂੰ ਰੈਕੋਗਨਾਈਜ਼ ਕਰ ਲਈਏ ਕਿ ਲੋ ਜੀ ਸਾਡੀ ਇੰਨੀ ਸੇਲ ਹੋ ਗਈ। ਦੂਸਰਾ ਕਿ ਐਕਸ ਨੇ ਹੁਣ ਉਹ ਸਮਾਨ 20 ਲੱਖ ਰੁਪਏ ਦਾ ਭੇਜਤਾ, ਗੁੱਡਸ ਸੈਂਡ ਕਰਤੀਆਂ, ਕੀ ਇਸ ਵੇਲੇ ਅਸੀਂ ਉਹਨੂੰ ਰੈਕੋਗਨਾਈਜ਼ ਕਰ ਲਈਏ ਕਿ ਸਾਡੀ ਰੈਵਨਿਊ ਹੋ ਗਈ। ਜਾਂ ਤੀਸਰੇ ਕੇਸ ਦੇ ਵਿੱਚ ਕਿ 1 ਮਹੀਨੇ ਬਾਅਦ ਜਦੋਂ ਉਹਨੂੰ 20 ਲੱਖ ਰੁਪਏ ਦੀ ਪੇਮੈਂਟ ਮਿਲ ਗਈ, ਕੀ ਹੁਣ ਅਸੀਂ ਉਹਨੂੰ ਰੈਕੋਗਨਾਈਜ਼ ਕਰੀਏ। ਤਾਂ ਤਿੰਨ ਕੇਸਾਂ ਦੇ ਵਿੱਚ ਕਿਸ ਟਾਈਮ 'ਤੇ ਅਸੀਂ ਰੈਵਨਿਊ ਨੂੰ ਰੈਕੋਗਨਾਈਜ਼ ਕਰਾਂਗੇ। ਸਭ ਤੋਂ ਪਹਿਲੇ ਤਾਂ ਆਪਾਂ ਇਹਦਾ ਸਹੀ ਆਨਸਰ ਦੇਖਦੇ ਹਾਂ। ਸਹੀ ਆਨਸਰ ਹੈ ਕਿ ਜਦੋਂ ਉਹਨੇ ਵਸਤੂਆਂ ਨੂੰ ਸੈਂਡ ਕਰਤਾ, ਜਦੋਂ ਵਸਤੂਆਂ ਦੇ ਗੋਡਾਊਨ ਤੋਂ ਬਾਹਰ ਨਿਕਲ ਗਈਆਂ ਜਾਂ ਵਸਤੂਆਂ ਦੇ ਜਿਹੜੇ ਪਰਚੇਜ਼ਰ ਦੇ ਖਰੀਦਣ ਵਾਲੇ ਦੇ ਜਾਂ ਕਸਟਮਰ ਦੇ ਘਰ ਪਹੁੰਚ ਗਈਆਂ, ਉਦੋਂ ਅਸੀਂ ਉਹਦੀ ਰੈਵਨਿਊ ਰੈਕੋਗਨਾਈਜ਼ ਕਰ ਲਾਂਗੇ ਕਿ ਹਾਂ ਸਾਡੀ ਸੇਲ ਹੋ ਗਈ, ਪੈਸੇ ਚਾਹੇ ਸਾਨੂੰ ਆਉਂਦੇ ਨਹੀਂ ਮਿਲੇ। ਤਾਂ ਇੱਥੇ ਅਸੀਂ ਉਦੋਂ ਰੈਕੋਗਨਾਈਜ਼ ਨਹੀਂ ਕਰਨਾ ਕਿ ਜਦੋਂ ਸਿਰਫ ਆਰਡਰ ਮਿਲਿਆ, ਇਸ ਵੇਲੇ ਹਜੇ ਕੋਈ ਆਪਣੇ ਕੋਲ ਵਸਤੂਆਂ ਬਾਹਰ ਨਹੀਂ ਗਈਆਂ, ਕੋਈ ਪੈਸੇ ਨਹੀਂ ਮਿਲੇ। ਅਤੇ ਦੂਸਰਾ ਕੇਸ ਜਦੋਂ ਵਸਤੂਆਂ ਚਲੀਆਂ ਗਈਆਂ ਉਸੇ ਵੇਲੇ ਅਸੀਂ ਰੈਵਨਿਊ ਰੈਕੋਗਨਾਈਜ਼ ਕਰ ਲਾਂਗੇ। ਤਾਂ ਇਹ ਇੱਕ ਇੰਸੀਡੈਂਸ ਸੀ। ਉਸ ਤੋਂ ਬਾਅਦ ਕੀ ਹੈ ਕਿ ਹੇਅਰ ਵੀ ਸ਼ੁੱਡ ਰੈਕੋਗਨਾਈਜ਼ ਰੈਵਨਿਊ ਓਨਲੀ ਵੈਨ ਦਾ ਗੁੱਡਸ ਦੇ ਆਰ ਐਕਚੁਅਲੀ ਟਰਾਂਸਫਰਡ, ਨੋ ਐਂਟੀਸਪੇਟਿਡ ਪ੍ਰੋਫਿਟ ਸ਼ੁੱਡ ਬੀ ਰੀਅਲਾਈਜ਼ਡ। ਕਹਿੰਦੇ ਕਿ ਕੋਈ ਵੀ ਪ੍ਰੋਫਿਟ ਨੂੰ ਅਸੀਂ ਐਂਟੀਸਪੇਟ ਮਤਲਬ ਉਹਨੂੰ ਆਲਰੇਡੀ ਪਹਿਲੇ ਹੀ ਨਹੀਂ ਫੋਰਕਾਸਟਿੰਗ ਕਰ ਲੈਣੀ ਕਿ ਹਾਂ ਸਾਨੂੰ ਇੰਨਾ ਪ੍ਰੋਫਿਟ ਹੋ ਗਿਆ। ਜਿਸ ਤਰ੍ਹਾਂ ਅਸੀਂ ਕਿਹਾ ਸੀ ਕਿ ਸਾਨੂੰ ਆਰਡਰ ਮਿਲਿਆ 20 ਲੱਖ ਦਾ, ਇਹ ਉਸੇ ਵੇਲੇ ਨਹੀਂ ਸੋਚ ਲੈਣਾ ਕਿ 20 ਲੱਖ ਦਾ ਸਾਡੀ ਸੇਲ ਹੋ ਗਈ। ਪਰ ਕੁਛ ਕੇਸਾਂ ਦੇ ਵਿੱਚ ਕੀ ਸਾਨੂੰ ਐਂਟੀਸਪੇਟ ਕਰਨਾ ਵੀ ਪੈਂਦਾ ਹੈ। ਕਦੋਂ, ਜਿਵੇਂ ਬੜੇ ਲੌਂਗ ਟਰਮ ਦੇ ਕੰਟਰੈਕਟਸ ਹੋਣ ਜਿਹੜੇ ਕਿ 5-5 ਸਾਲ 10 ਸਾਲ ਦੇ ਹੋਣ, ਤਾਂ ਉਸ ਵੇਲੇ ਸਾਨੂੰ ਕਈ ਵਾਰੀ ਉਹਦੇ ਕੰਟਰੈਕਟਸ ਨੂੰ ਐਂਟੀਸਪੇਟ ਕੁਛ ਪ੍ਰੋਫਿਟ ਨੂੰ ਐਂਟੀਸਪੇਟ ਕਰਨਾ ਵੀ ਪੈਂਦਾ ਹੈ। ਜਾਂ ਕੁਛ ਐਸਾ ਸਿਸਟਮ ਹੋਵੇ ਜਦੋਂ ਇੰਸਟਾਲਮੈਂਟ ਸਿਸਟਮ 'ਤੇ ਅਸੀਂ ਸੇਲ ਜਾਂ ਪਰਚੇਜ਼ ਕਰਦੇ ਹਾਂ, ਉਦੋਂ ਵੀ ਅਸੀਂ ਪ੍ਰੋਫਿਟ ਦੀ ਐਂਟੀਸਪੇਸ਼ਨ ਕਰਦੇ ਹਾਂ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਮੈਚਿੰਗ ਕੰਸੈਪਟ। ਮੈਚਿੰਗ ਨਾਮ ਕੀ ਹੈ, ਮੈਚਿੰਗ ਦਾ ਮਤਲਬ ਅੱਗੇ ਜਾ ਕੇ ਅਸੀਂ ਪੜ੍ਹਾਂਗੇ ਕਿ ਜਿਹੜੀਆਂ ਸਾਰੇ ਸਾਲ ਦੀਆਂ ਅਸੀਂ ਰੈਵਨਿਊਜ਼ ਇਕੱਠੀਆਂ ਕੀਤੀਆਂ, ਜਿਹੜੇ ਸਾਰੇ ਸਾਲ ਦੀਆਂ ਅਸੀਂ ਕੋਸਟ ਇਕੱਠੀਆਂ ਕੀਤੀਆਂ, ਉਹਨਾਂ ਨੂੰ ਆਪਸ ਵਿੱਚ ਕੰਪੇਅਰ ਕਰਨਾ, ਇੱਕ ਦੂਜੇ ਵਿੱਚੋਂ ਘਟਾ ਦੇਣਾ ਅਤੇ ਬੈਲੈਂਸ ਪ੍ਰੋਫਿਟ ਨੂੰ ਪਤਾ ਕਰਨਾ। ਤਾਂ ਜਦੋਂ ਅਸੀਂ ਆਪਸ ਵਿੱਚ ਉਹਨੂੰ ਇੱਕ ਦੂਜੇ ਨੂੰ ਘਟਾਉਂਦੇ ਹਾਂ, ਉਹਦਾ ਮਤਲਬ ਕੀ ਹੈ, ਅਸੀਂ ਮੈਚਿੰਗ ਕਰ ਰਹੇ ਹਾਂ ਉਹਨਾਂ ਦੀ। ਤਾਂ ਇੱਥੇ ਦੇਖੋ ਅੱਗੇ, we should know that to measure the periodic performance of the business, it is necessary to bring together revenue and expenses relating to the same period। ਕਿ ਕਿਸੇ ਬਿਜ਼ਨਸ ਦੀ ਪਰਫਾਰਮੈਂਸ ਨੂੰ ਪਤਾ ਕਰਨ ਵਾਸਤੇ ਉਸੇ ਸਾਲ ਦੇ ਸਾਰੀਆਂ ਰੈਵਨਿਊਜ਼ ਔਰ ਉਸੇ ਸਾਲ ਦੀਆਂ ਸਾਰੀਆਂ ਕੋਸਟ ਨੂੰ ਅਸੀਂ ਇਕੱਠਾ ਲੈ ਕੇ ਆਉਂਦੇ ਹਾਂ, ਬ੍ਰਿੰਗ ਟੂਗੈਦਰ ਕਰਦੇ ਹਾਂ, ਤਾਂ ਕਿ ਉਸ ਨੂੰ ਘਟਾ ਕੇ ਅਸੀਂ ਉਹਦੀ ਪੀਰੀਓਡਿਕ ਪਰਫਾਰਮੈਂਸ ਪਤਾ ਕਰ ਸਕੀਏ। ਹੁਣ ਅਸੀਂ ਇਹ ਕਿਸ ਤਰ੍ਹਾਂ ਜਾਂਚਾਂਗੇ ਕਿ ਇਹ ਜਿਹੜਾ ਕੋਈ ਰੈਵਨਿਊ ਹੈ ਜਾਂ ਜਿਹੜਾ ਐਕਸਪੈਂਸ ਹੈ ਇਹ ਉਸੇ ਸਾਲ ਨਾਲ ਸੰਬੰਧਿਤ ਹੈ ਜਾਂ ਨਹੀਂ। ਉਹਦੇ ਸੰਬੰਧੀ ਆਪਾਂ ਇੱਕ ਉਦਾਹਰਨ ਨੀਚੇ ਦੇਖਦੇ ਹਾਂ। ਮੰਨ ਲਓ ਮੈਂ ਇਹ 2 ਸਾਲ ਇੱਥੇ ਇੱਕ ਲਾਈਨ ਬਣਾਈ ਹੈ ਕਿ ਇੱਥੇ 1 ਅਪ੍ਰੈਲ 2015 ਤੋਂ ਲੈ ਕੇ 31 ਮਾਰਚ 2016 ਤੱਕ ਇੱਕ ਸਾਲ ਸੀ ਇੱਥੇ ਤੱਕ। ਉਸ ਤੋਂ ਬਾਅਦ ਇਸੇ ਸਾਲ 1 ਅਪ੍ਰੈਲ 2016 ਤੋਂ ਲੈ ਕੇ 31 ਮਾਰਚ 2017 ਤੱਕ ਦੂਸਰਾ ਸਾਲ ਸੀ। ਮੰਨ ਲਓ ਕਿ ਮੈਂ
सैलरी प्रोवाइड करदा किसी बंदे नूं कदों कि उहदी 31 मार्च जिहड़े कि इस साल च पै रहा जिहड़ी 31 मार्च की सैलरी मैं देना अगे जाके इस साल के मई विच तो मैं वो सैलरी के खर्चे नूं इस साल दे विच गिनांगा कि इस साल दे विच गिनांगा। तो यदा राइट आंसर ये है कि मैं उस सैलरी के खर्चे नूं इस साल दे विच गिनांगा क्योंकि मैं उस पैसे के बदले जिहड़ा काम मैं इस साल दे विच लिया है चाहे पेमेंट उनकी मैं अगले साल की है। तो इत्थे मैं इसकी कोस्ट नूं कदों रिकगनाइज़ किया 2015-16 के विच जदों मैं उनके बदले उनके कोलों सेवावां लै लियां और बंदे कोलों काम करवा लिया। तो असी इस तरह कहने हैं कि उस साल नाल संबंधित रैवन्यू लेना और उस साल नाल संबंधित कोस्ट लेना। उस तो बाद लास्ट अपने को कंसैप्ट आ गया स्टेबल मॉनेटरी यूनिट कंसैप्ट। ਇਹਦਾ ਜਿਹਦਾ ਪੰਜਾਬੀ 'ਚ ਮਤਲਬ ਇਹ ਹੈ ਕਿ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਜਿਵੇਂ ਕਿ ਰੁਪਈਏ ਦੀ ਜਿਹੜੀ ਕੀਮਤ ਹੈ ਔਰ ਡਾਲਰ ਦੇ ਮੁਕਾਬਲੇ ਜਾਂ ਹੋਰ ਜਿਹੜੀਆਂ ਕੋਈ ਕਰੰਸੀਜ਼ ਹੈ ਉਹਨਾਂ ਦੇ ਮੁਕਾਬਲੇ ਹਮੇਸ਼ਾ ਸਥਿਰ ਰਹਿੰਦੀ ਹੈ ਓਨੀ ਦੀ ਓਨੀ ਰਹਿੰਦੀ ਹੈ। ਪਰ ਸਾਨੂੰ ਪਤਾ ਹੈ ਕਿ ਇਹ ਇਸ ਤਰ੍ਹਾਂ ਦਾ ਪੋਸੀਬਲ ਨਹੀਂ ਹੈ। ਰੁਪਏ ਦੀ ਵੈਲਿਊ ਹਮੇਸ਼ਾ ਹੀ ਚੇਂਜ ਹੁੰਦੀ ਰਹਿੰਦੀ ਹੈ, ਡਾਲਰ ਦੇ ਮੁਕਾਬਲੇ ਉਹ ਲਗਾਤਾਰ ਗਿਰ ਵੀ ਰਹੀ ਹੈ। ਤਾਂ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਸਟੇਬਲ ਹੈ। ਤਾਂ ਇਹੀ ਜਿਹੜਾ ਕਨਸੈਪਟ ਹੈ ਅੱਗੇ ਜਾ ਕੇ ਸਾਡੇ ਵਾਸਤੇ ਦੋ ਲਿਮਿਟੇਸ਼ਨਸ ਬਣ ਜਾਣਗੀਆਂ ਅਤੇ ਉਸੇ ਲਿਮਿਟੇਸ਼ਨ ਬਣ ਜਾਣਗੀਆਂ ਕਿ ਜਦੋਂ ਇਹ ਵੈਲਿਊ ਸਥਿਰ ਹੈ ਹੀ ਨਹੀਂ ਤਾਂ ਅਸੀਂ ਫਿਰ ਅਕਾਊਂਟਿੰਗ ਕਿਉਂ ਕਰੀਏ ਸਥਿਰ ਮੰਨ ਕੇ। ਤਾਂ ਆਪਣੀਆਂ ਜਿਹੜੀਆਂ ਇੰਸਟੀਚਿਊਟ ਹੈ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਇਸ ਸੰਬੰਧੀ ਲਗਾਤਾਰ ਰਿਸਰਚ ਕਰ ਰਿਹਾ ਇੰਟਰਨੈਸ਼ਨਲ ਸੰਸਥਾਵਾਂ ਦੇ ਨਾਲ ਮਿਲ ਕੇ ਕਿ ਕਿਸ ਤਰ੍ਹਾਂ ਅਸੀਂ ਇਸ ਕਰੰਸੀ ਦੇ ਮੁੱਲ 'ਚ ਆਈ ਹੋਈ ਚੇਂਜ ਨੂੰ ਕੰਸੀਡਰ ਕਰ ਲਈਏ। ठीक है, तो ये हम अपन पढ़ते हैं इंग्लिश की लिखा है अकॉर्डिंग टू दिस कंसैप्ट परचेजिंग पावर ऑफ करेंसी इज़ अज्यूम्ड सेम कि रुपये की वैल्यू असी सेम गिन के चलते हैं इगनोरिंग द इनफ्लेशन एंड डिफ्लेशन। इनफ्लेशन का मतलब होंदा है मुद्रास्फीति कि रुपये की कीमत में आई गिरावट या डिफ्लेशन का मतलब की होंदा है रुपये की कीमत में कोई वाधा हो जाए। तो हाउ एवर इट इज़ अनरीयल कि हालांकि ये बिल्कुल अनरीयल है कि वैल्यू सेम नहीं होंगी। इस करके हालांकि वर्क चल रहा अगे ताकि असी CPP जिन्हों असी कहने करंट परचेजिंग पावर मैथड या CCA करंट कोस्ट अकाउंटिंग कि इहदे उत्ते असी स्ट्रैस दईए। नैक्सट अपने को आ जाता है हुण ये अपने को सारे अकाउंटिंग कंसैप्ट्स हो गए है। नैक्सट आपां हुण करांगे इहदे विच अकाउंटिंग कन्वेंशनस। तो कन्वेंशनस बारे तुहानूं दस्सिया सीगा कि ये भी लगभग असीं अज्यूम करके चल रहे हैं कि इस तरह दी कन्वेंशनस नूं असीं आपदे फाइनैंशियल स्टेटमेंट्स बनाउण लगे इन्हां नूं फॉलो कीता है, असीं इन्हां नूं मन के चले हैं। तो वो किहड़ियां ऐसियां अकाउंटिंग कन्वेंशनस है। नंबर 1 फुल डिस्कलोजर, प्रूडेंस और कंजरवेटिज्म, मटीरियलिटी, ऑब्जैक्टिविटी। तो ये सारे नाम तुहाडे वास्ते नवे हैं पर इनका आपां मीनिंग समझना है, याद करना है। फुल डिस्कलोजर का मतलब ये होंदा है कि असीं आपदे अकाउंट्स तैयार करन लगे, फाइनैंशियल स्टेटमेंट्स तैयार करन लगे कोई भी फैक्ट छुपाया नहीं है, हरेक चीज़ नूं असीं पूरी दे पूरा नूं डिस्कलोज किया है तो ताकि जिहड़े साडे फाइनैंशियल स्टेटमेंट्स है एक रियल तो ट्रू एंड फेयर पिक्चर जिहड़ी है प्रेजेंट करन। हालांकि फुल डिस्कलोजर का मतलब ये भी नहीं है कि असीं कोई उनके इंटरनल सीक्रेट्स सारे शो करने हैं। ठीक है, तो ये आप वर्डिंग पढ़ते हैं अकॉर्डिंग टू दिस कन्वेंशन ऑल द मटीरियल रेलिवेंट एंड रिलायबल इन्फॉर्मेशन शुड बी डिस्कलोज्ड। जोड़े भी कोई मटीरियल फैक्ट है इंपोर्टेंट फैक्ट्स है सारे असी डिस्कलोज किए हैं। यदा मतलब ये नहीं है कि असी सीक्रेट्स लीक कर रहे हैं बट सिर्फ फाइनैंशियल स्टेटमेंट्स नूं ज़्यादा रिलायबल बना रहे हैं। दूसरा ये कन्वेंशन की है प्रूडेंस या कंजरवेटिज्म। इस तो मतलब की है तो इनके सब तो पहले एग्जाम्पल लैके चलते हैं कि मान लो कि मेरे को जड़ा साल के एंड ते कोई स्टॉक बच गया जिहड़ा कि मैं खरीदा सी 10,000 रुपये का पर हुण उहदी मार्केट वैल्यू कितनी है 12,000 रुपये। तो मैं आपकी बैलेंस शीट दे विच उहनूं 10,000 रुपये का शो करा या 12,000 का तो मैं उन्होंने 10,000 रुपये का शो कराँगा। क्यों? क्योंकि जदों तक वो चीज़ विकी नहीं है तो मैं उनके बारे पहले ही प्रॉफिट की एंटीसिपेशन फोरकास्टिंग नहीं कर सकता कि हाँ जी मन प्रॉफिट होएगा ही होएगा। ठीक है, तो असी दोवां चों किहड़ी वैल्यू लईए दोवां चों जिहड़ी घट सी। इस तो अगे जे असीं इस तरह की चीज़ लैने हैं कि मान लो कोस्ट तो उहदी 10,000 सी पर मार्केट प्राइस उहदी रह गई हुई है सिर्फ 9,000 रुपये।
ਤਾਂ ਇਸ ਕੇਸ ਵਿੱਚ ਮੈਂ ਹੁਣ 10,000 ਲੈਣ ਦੀ ਬਜਾਏ ਕਿੰਨੀ ਕੋਸਟ ਲਵਾਂਗਾ ਉਹਦੀ 9,000 ਰੁਪਏ। ਕਿਉਂ? ਕਿਉਂਕਿ ਮੈਂ ਇਹ ਮੰਨ ਕੇ ਚੱਲਾਂਗਾ ਕਿ ਹੋ ਸਕਦਾ ਮੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ 1,000 ਰੁਪਏ ਦਾ ਨੁਕਸਾਨ ਹੋਏਗਾ। ਤਾਂ ਅਸੀਂ ਪ੍ਰੋਫਿਟ ਨੂੰ ਤਾਂ ਗਿਣਿਆ ਨਹੀਂ, ਪਰ ਜੇ ਨੁਕਸਾਨ ਹੁੰਦਾ ਤਾਂ ਉਹਨੂੰ ਅਸੀਂ ਆਲਰੇਡੀ ਉਹਦੇ ਵਾਸਤੇ ਤਿਆਰ ਹੋ ਕੇ ਚੱਲਾਂਗੇ। ਤਾਂ ਇਹੀ ਇਹਦੀ ਪਰਿਭਾਸ਼ਾ ਹੈ ਪ੍ਰੂਡੈਂਸ ਦੀ, ਕੰਜ਼ਰਵੇਟਿਜ਼ਮ ਦੀ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਸ ਦੇ ਬੇਸ 'ਤੇ ਤੁਹਾਨੂੰ ਸਵਾਲ ਵੀ ਆਏਗਾ ਔਰ ਥਿਓਰੈਟੀਕਲ ਕੁਐਸਚਨ ਵੀ ਪੱਕਾ ਤੁਹਾਨੂੰ ਆਏਗਾ। ਕੀ ਮਤਲਬ ਇਹਦਾ? ਅਕੋਰਡਿੰਗ ਟੂ ਦਿਸ ਕਨਵੈਨਸ਼ਨ ਐਂਟੀਸਪੇਟ ਨੋ ਪ੍ਰੋਫਿਟ, ਕਿ ਪ੍ਰੋਫਿਟਸ ਨੂੰ ਐਂਟੀਸਪੇਟ ਕਦੇ ਨਾ ਕਰੋ, ਬਟ ਪ੍ਰੋਵਾਈਡ ਫॉर ਆਲ ਦਾ ਲੋਸਿਸ, ਕਿ ਜੇ ਲੋਸ ਹੁੰਦਾ ਤਾਂ ਉਹਦੇ ਵਾਸਤੇ ਤਿਆਰੀ ਕਰਕੇ ਰੱਖੋ। ਆ ਆਪਾਂ ਐਗਜ਼ਾਮਪਲ ਦਿੱਤੀ ਅੱਗੇ। ਉਸ ਤੋਂ ਬਾਅਦ ਆਪਣੇ ਕੋਲ ਅਗਲੀ ਜਿਹੜੀ ਇਹ ਕਨਵੈਨਸ਼ਨ ਆ ਜਾਂਦੀ ਹੈ ਮਟੀਰੀਅਲਟੀ। ਤਾਂ ਮਟੀਰੀਅਲ ਤੋਂ ਮਤਲਬ ਆਪਾਂ ਕੋਈ ਬਾਜ਼ਾਰੀ ਮਟੀਰੀਅਲ ਤੋਂ ਨਹੀਂ ਸਮਝਣਾ। ਇੱਥੇ ਅਕਾਊਂਟਸ ਦੀ ਭਾਸ਼ਾ ਦੇ ਵਿੱਚ ਮਟੀਰੀਅਲਟੀ ਦਾ ਮਤਲਬ ਹੈ ਇੰਪੋਰਟੈਂਸ, ਕਿ ਕੋਈ ਚੀਜ਼ ਕਿੰਨੀ ਇੰਪੋਰਟੈਂਟ ਹੈ। ਤਾਂ ਜਿਹੜੀ ਚੀਜ਼ਾਂ ਇੰਪੋਰਟੈਂਟ ਉਹਨੂੰ ਅਸੀਂ ਕਹਿੰਦੇ ਹਾਂ ਉਹ ਸਾਡੇ ਵਾਸਤੇ ਮਟੀਰੀਅਲ ਹੈ, ਮਟੀਰੀਅਲ ਥਿੰਗ ਹੈ ਸਾਡੇ ਵਾਸਤੇ। ਠੀਕ ਹੈ। ਤਾਂ ਹੁਣ ਅਸੀਂ ਇਹ ਕਿਵੇਂ ਸਮਝਾਂਗੇ ਕਿ ਇਹ ਚੀਜ਼ ਸੱਚੀ ਮਟੀਰੀਅਲ ਹੈ, ਇੰਪੋਰਟੈਂਟ ਹੈ ਜਾਂ ਨਹੀਂ? ਹੋ ਸਕਦਾ ਹੈ ਕਿ ਮੇਰੇ ਬਿਜ਼ਨਸ ਵਾਸਤੇ ਉਹ ਚੀਜ਼ ਨਾ ਇੰਪੋਰਟੈਂਟ ਹੋਵੇ, ਪਰ ਕਿਸੇ ਹੋਰ ਬਿਜ਼ਨਸ ਵਾਸਤੇ ਉਹ ਚੀਜ਼ ਇੰਪੋਰਟੈਂਟ ਹੋਵੇ। ਠੀਕ ਹੈ। ਜਾਂ ਮੇਰੇ ਵਾਸਤੇ ਨਾ ਇੰਪੋਰਟੈਂਟ ਹੋਵੇ ਅਤੇ ਕਿਸੇ ਹੋਰ ਵਾਸਤੇ ਇੰਪੋਰਟੈਂਟ ਹੋਵੇ। ਤਾਂ ਆਪਾਂ ਕਿਸੇ ਵੀ ਚੀਜ਼ ਦੀ, ਕਿਸੇ ਵੀ ਟ੍ਰਾਂਜੈਕਸ਼ਨਸ ਦੀ, ਕਿਸੇ ਦੀ ਵੀ ਥਿੰਗ ਦੀ ਅਸੀਂ ਜਿਹੜੀ ਹੈ ਮਟੀਰੀਅਲਟੀ ਬਾਰੇ ਕਿਵੇਂ ਦੇਖਾਂਗੇ? ਅਸੀਂ ਇਹ ਕਹਾਂਗੇ ਕਿ ਉਹ ਮਟੀਰੀਅਲ ਉਦੋਂ ਗਿਣੀ ਜਾਏਗੀ ਜੇਕਰ ਉਹਦੀ ਐਬਸੈਂਸ ਵਿੱਚ, ਕਿ ਜੇਕਰ ਉਹ ਚੀਜ਼ ਨੂੰ ਅਸੀਂ ਜੇਕਰ ਆਪਣੇ ਅਕਾਊਂਟਸ ਵਿੱਚ ਨਾ ਲਿਖੀਏ ਅਤੇ ਉਹ ਸਾਡੇ ਜਿਹੜੇ ਇੰਟਰਸਟਿਡ ਪਾਰਟੀਜ਼ ਹੈ ਉਹਨਾਂ ਦੀ ਜਜਮੈਂਟ ਨੂੰ ਚੇਂਜ ਕਰਦੀ ਹੋਵੇ। ਠੀਕ ਹੈ। ਮਤਲਬ ਕਿ ਜੇ ਉਸ ਚੀਜ਼ ਨੂੰ ਅਸੀਂ ਮਟੀਰੀਅਲ ਤਾਂ ਕਹਾਂਗੇ ਜੇਕਰ ਉਹ ਅਸੀਂ ਲਿਖਣ ਤੋਂ ਰਹਿ ਜਾਈਏ ਜਾਂ ਉਹ ਗਲਤ ਲਿਖ ਦਈਏ ਆਪਦੇ ਅਕਾਊਂਟਸ ਵਿੱਚ, ਅਤੇ ਉਹਦੀ ਜਿਹੜੀ ਇਸ ਤਰ੍ਹਾਂ ਲਿਖਣਾ ਜਾਂ ਗਲਤ ਲਿਖਣਾ ਉਹ ਪੜ੍ਹਨ ਵਾਲੇ ਦੀ ਜਜਮੈਂਟ ਨੂੰ ਚੇਂਜ ਕਰਦਾ ਹੋਵੇ। ਤਾਂ ਇਸ ਤਰ੍ਹਾਂ ਜਿਹੜੀ ਉਹਨੂੰ ਅਸੀਂ ਕਹਾਂਗੇ ਉਹ ਕਿਹੜੀ ਆਈਟਮ ਹੈ? ਮਟੀਰੀਅਲਟੀ। ਵਰਡਿੰਗ ਦੇਖੋ ਇਹਦੀ ਕੀ ਹੈ? ਅਕੋਰਡਿੰਗ ਟੂ ਦਿਸ ਕਨਵੈਨਸ਼ਨ ਐਨ ਆਈਟਮ ਇਜ਼ ਕਾਲਡ ਮਟੀਰੀਅਲ ਇਫ ਇਟਸ ਓਮਿਸ਼ਨ ਜਾਂ ਮਿਸ ਸਟੇਟਮੈਂਟ ਲੈਡ ਟੂ ਚੇਂਜ ਦਾ ਜਜਮੈਂਟ ਆਫ ਰੀਜ਼ਨੇਬਲ ਪਰਸਨ। ਠੀਕ ਹੈ। ਸੋ ਆਲ ਦਾ ਮਟੀਰੀਅਲ ਆਈਟਮਸ ਸ਼ੁੱਡ ਬੀ ਡਿਸਕਲੋਜ਼ਡ। ਨੈਕਸਟ ਹੈ ਓਬਜੈਕਟਿਵਿਟੀ। ਓਬਜੈਕਟਿਵਿਟੀ ਦਾ ਮਤਲਬ ਹੁੰਦਾ ਹੈ ਕਿ ਅਸੀਂ ਕੋਈ ਵੀ ਜਿਹੜੀ ਚੀਜ਼ਾਂ ਅਸੀਂ ਡਿਸਕਲੋਜ਼ ਕਰਨੀਆਂ ਉਹਦੇ 'ਤੇ ਅਸੀਂ ਆਪਦੀ ਸੋਚ ਦੇ ਮੁਤਾਬਿਕ ਨਹੀਂ ਚੱਲਣਾ। ਉਹ ਕੁਛ ਜਿਹੜੇ ਆਪਣੇ ਕੋਲ ਫੈਕਟਸ ਹੈਗੇ ਹੈ ਉਹਦੇ ਬੇਸ 'ਤੇ ਅਸੀਂ ਇਨਫੋਰਮੇਸ਼ਨ ਦੇਣੀ ਹੈ, ਸਾਡੀ ਪਰਸਨਲ ਜਜਮੈਂਟ ਦੇ ਹਿਸਾਬ ਨਾਲ ਨਹੀਂ। ਅਕੋਰਡਿੰਗ ਟੂ ਦਿਸ ਕਨਵੈਨਸ਼ਨ ਅਕਾਊਂਟਿੰਗ ਇਨਫੋਰਮੇਸ਼ਨ ਸ਼ੁੱਡ ਬੀ ਬੇਸਡ ਅਪੋਨ ਫੈਕਟਸ ਐਂਡ ਨੋਟ ਬਾਇਸਡ। ਇਹ ਵੀ ਸਾਡਾ ਨਵਾਂ ਵਰਡ ਹੈ। ਬਾਇਸ ਦਾ ਮਤਲਬ ਹੁੰਦਾ ਕਿ ਸਾਡੀ ਜਿਹੜੀ ਹੈ ਪਰਸਨਲ ਜਜਮੈਂਟ ਉਹਦੇ ਆਧਾਰ 'ਤੇ ਉਹ ਚੇਂਜ ਨਹੀਂ ਹੋਣਾ ਚਾਹੀਦਾ। ਇਹ ਆਪਣੇ ਸੀਗੇ 4 ਅਕਾਊਂਟਿੰਗ ਸਟੈਂਡਰਡਸ। ਇਸ ਤੋਂ ਬਾਅਦ ਆਪਣੇ ਕੋਲ ਅੱਗੇ ਆ ਜਾਂਦਾ ਹੈ ਅਕਾਊਂਟਿੰਗ ਸਟੈਂਡਰਡਸ। ਅਕਾਊਂਟਿੰਗ ਸਟੈਂਡਰਡਸ ਜਿਵੇਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਇਹ ਜਿਹੜੇ ਆਪਣੇ ਇੰਸਟੀਚਿਊਟ ਦੀ ਅਕਾਊਂਟਿੰਗ ਸਟੈਂਡਰਡ ਇੱਕ ਬੋਰਡ ਹੈ, ਪੂਰੀ ਇੱਕ ਕਮੇਟੀ ਹੈ ਜਿਹੜੀ ਕਿ ਇਹਨਾਂ ਨੂੰ ਤਿਆਰ ਕਰਦੀ ਹੈ। ਇਹ ਕੁਛ ਐਸੀਆਂ ਗਾਈਡਲਾਈਨਸ ਹੈ ਜਿਹੜੀਆਂ ਕਿ ਕਿਸੇ ਬਿਜ਼ਨਸ ਨੂੰ ਗਾਈਡ ਕਰਦੀਆਂ ਕਿ ਅਸੀਂ ਜੇ ਸਾਨੂੰ ਕੋਈ ਪਰੇਸ਼ਾਨੀ ਆ ਜਾਏ ਕਿਸੇ ਟ੍ਰਾਂਜੈਕਸ਼ਨ ਦੇ ਟਰੀਟਮੈਂਟ ਵਿੱਚ ਤਾਂ ਅਸੀਂ ਕਿਹੜਾ ਮੈਥਡ ਅਡਾਪਟ ਕਰੀਏ, ਉਹਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰੀਏ। ਪਰ ਉਹ ਤਾਂ ਠੀਕ ਹੈ ਕਿ ਅਸੀਂ ਇਹਨਾਂ ਨੇ ਬਣਾਤੀਆਂ, ਬਹੁਤ ਸਾਰੇ ਅਕਾਊਂਟਿੰਗ ਸਟੈਂਡਰਡ ਬਣਾਏ ਸੀ ਸਾਡੀ ਬੋਡੀ ਨੇ, ਬਟ ਲੇਟਰ ਔਨ ਸਾਨੂੰ ਪਤਾ ਅੱਜ ਕੱਲ੍ਹ ਬਿਜ਼ਨਸ ਜਿਹੜੇ ਆ ਗਲੋਬਲਾਈਜੇਸ਼ਨ ਹੋ ਗਈ ਹੋਈ ਹੈ ਬਿਜ਼ਨਸ ਦੀ। ਸਾਰੇ ਬਿਜ਼ਨਸ ਜਿਹੜੇ ਹੈ ਇੰਟਰਨੈਸ਼ਨਲ ਲੈਵਲ 'ਤੇ ਬਿਜ਼ਨਸ ਬਣ ਚੁੱਕੇ ਹੋਏ ਹੈ। ਹੁਣ ਸਾਡੇ ਇੰਡੀਆ ਵੱਲੋਂ ਕੁਛ ਹੋਰ ਅਕਾਊਂਟਿੰਗ ਸਟੈਂਡਰਡ ਬਣਾਏ ਗਏ ਹੈ। ਅਮਰੀਕਾ, ਕੈਨੇਡਾ ਔਰ ਇੰਗਲੈਂਡ ਜਾਂ ਜਰਮਨੀ ਵੱਲੋਂ ਕੁਛ ਹੋਰ ਅਕਾਊਂਟਿੰਗ ਸਟੈਂਡਰਡਸ ਬਣਾਏ ਗਏ ਹੈ। ਹੁਣ ਜਦੋਂ ਬਿਜ਼ਨਸ ਗਲੋਬਲਾਈਜ਼ ਹੋਏਗਾ ਤਾਂ ਸਾਡੇ ਜਿਹੜੇ ਅਕਾਊਂਟੈਂਟਸ ਹੈ ਉਹ ਕਿਹੜੇ ਅਕਾਊਂਟਿੰਗ ਸਟੈਂਡਰਡਸ ਨੂੰ ਫੋਲੋ ਕਰਨਗੇ, ਇੰਡੀਆ ਦੇ ਨੂੰ ਕਿ ਜਾਂ ਕਿਸੇ ਹੋਰ ਫੋਰਨ ਕੰਟਰੀਜ਼ ਦੇ ਵਾਲੇ ਨੂੰ? ਤਾਂ ਇੱਕ ਇਹ ਇਸੇ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ ਕਿ ਕਿਉਂ ਨਾ ਸਾਰੇ ਵਰਲਡ ਵਾਸਤੇ ਸੇਮ ਅਕਾਊਂਟਿੰਗ ਸਟੈਂਡਰਡ ਬਣਾਏ ਜਾਣ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡਸ। ਮੈਂ ਦੀ ਫੁੱਲ ਫਾਰਮ ਫੇਰ ਦੁਆਰਾ ਲਿਖ ਦਿਆਂਗਾ, ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡਸ। ਤਾਂ ਕਿਉਂ ਨਾ ਕਿ ਅਸੀਂ ਆਹ ਸਟੈਂਡਰਡਸ ਬਣਾਤੇ ਜਾਣ, ਉਹਦੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਸਾਨੂੰ ਇਹ ਨਹੀਂ ਹੋਏਗਾ ਕਿ ਅਸੀਂ ਅਲੱਗ-ਅਲੱਗ ਦੇਸ਼ਾਂ ਦੇ ਸਾਰੇ ਸਟੈਂਡਰਡਸ ਨੂੰ ਫੋਲੋ ਕਰੀਏ। ਤਾਂ ਸਾਡੇ ਉਹਦੇ ਨਾਲ ਕੀ ਹੋਏਗਾ, ਸਾਡੀਆਂ ਨੀਡਸ ਕੀ ਹੋ ਜਾਣਗੀਆਂ,
ਜਾਂ ਇਹਦੀ ਇੰਪੋਰਟੈਂਸ ਕੀ ਹੋਏਗੀ, ਟੂ ਹੈਵ ਸਿੰਗਲ ਸੈੱਟ ਆਫ ਅਕਾਊਂਟਿੰਗ ਸਟੈਂਡਰਡ। ਇਹ ਇਸ ਦਾ ਮਤਲਬ ਹੈ ਅਕਾਊਂਟਿੰਗ ਸਟੈਂਡਰਡ ਇੰਟਰਨੈਸ਼ਨਲੀ, ਕਿ ਹੁਣ ਪੂਰੇ ਵਰਲਡ ਵਾਸਤੇ ਇੱਕੋ ਸੈੱਟ ਆਫ ਅਕਾਊਂਟਿੰਗ ਸਟੈਂਡਰਡ ਹੋਏਗਾ ਜਿਹੜਾ ਉਹਨਾਂ ਨੂੰ ਫਾਲੋ ਕਰਨਾ ਪਏਗਾ। ਨੰਬਰ 2, ਟੂ ਅਲਾਓ ਫਲੋ ਆਫ ਇੰਟਰਨੈਸ਼ਨਲ ਕੈਪੀਟਲ। ਇਹਦੇ ਨਾਲ ਕੀ ਹੈ, ਫੋਰਨ ਕਰੰਸੀ ਜਿਹੜੀ ਹੈ ਇੰਡੀਆ ਵਿੱਚ ਇਨਵੈਸਟਮੈਂਟ ਹੋ ਰਹੀ ਹੈ ਉਹਦਾ ਫਲੋ ਬੜਾ ਆਸਾਨ ਹੋ ਜਾਏਗਾ। ਤੀਸਰਾ, ਜਿਹੜੇ ਵੀ ਰੈਗੂਲੇਟਰਸ ਵਗੈਰਾ ਬੰਦੇ ਹੈਗੇ ਆ, ਅਕਾਊਂਟੈਂਟਸ ਹੈ ਜਾਂ ਕੋਈ ਹੋਰ ਜਿਹੜੇ ਬਿਜ਼ਨਸ ਨਾਲ ਐਸੋਸੀਏਟਿਡ ਪਰਸਨਸ ਹੈ, ਉਹਨਾਂ ਦੀ ਕੰਪਲੈਕਸਿਟੀ ਘੱਟ ਜਾਏਗੀ। ਤਾਂ ਇਸ ਤਰ੍ਹਾਂ ਇਹ ਕੀ ਸੀ, ਅਕਾਊਂਟਿੰਗ ਸਟੈਂਡਰਡਸ। ਓਕੇ ਸਟੂਡੈਂਟਸ, ਅੱਜ ਵਾਸਤੇ ਆਪਾਂ ਇੰਨਾ ਹੀ ਕਰਾਂਗੇ। ਉਮੀਦ ਹੈ ਕਿ ਤੁਸੀਂ ਇਹ ਸਾਰਿਆਂ ਨੂੰ ਸਮਝਿਆ ਹੋਏਗਾ। ਦੁਬਾਰਾ ਫਿਰ ਤੁਸੀਂ ਇਹਨੂੰ ਚੈੱਕ ਕਰ ਲੈਣਾ ਇੱਕ ਵਾਰੀ, ਇਹ ਸਾਰਿਆਂ ਨੂੰ ਕਾਪੀ 'ਤੇ ਨੋਟ ਕਰਨਾ ਔਰ ਇਸ ਚੀਜ਼ ਨੂੰ ਲਰਨ ਕਰਨਾ ਹੈ। ਓਕੇ ਸਟੂਡੈਂਟਸ।